सतनाम। श्री वाहिगुरु साहिब जी। पौड़ी सेव कीती संतोखी, जिनि सचो सच त्याया। ओनी मंदा पैर न रखियो, कर सुकृत धर्म कमाया। ओनी दुनिया तोड़े बंधना, अन्न पानी थोड़ा खाया। तू बख्शीसी अगला, नित देवे चढ़े सवाया। वडियाई वड्डा पाया, वडियाई वड्डा पाया। वाहिगुरु जी का खालसा, वाहिगुरु जी की फतेह। जुगो जुग अटल, चवर छत्र तख्त दे मालक, सगली कायनात दे वाली, जगत पिता शब्द गुर अवतार, सदीवी सुखां दे दाते ज्ञान दे सोमे धन धन श्री गुरु ग्रंथ साहिब जी महाराज जियां दे पावन पवित्र दरबार दे अंदर जुड़ बैठे गुरु प्यारे गुरु सवारे सतसंगी जनों, ਅਤੇ ਜਿੱਥੇ ਕਿਤੇ ਵੀ ਕੋਈ ਮਾਈ ਭਾਈ ਗੁਰੂ ਚਰਨਾਂ ਦਾ ਭੌਰਾ ਵੱਢ ਕੇ ਗੁਰੂ ਦੇ ਨਾਲ ਪਿਆਰ ਕਰਨ ਵਾਲਾ ਹੈ, ਆਓ ਸਾਰੇ ਹੀ ਇੱਕੋ ਵਾਰ ਕਹਿਣ ਤੇ ਰਸਨਾ ਨੂੰ ਕਰੀਏ ਪਵਿੱਤਰ। ਗੁਰੂ ਚਰਨਾਂ ਦੇ ਅੰਦਰ ਗੁਰੂ ਦੇ ਨਾਲ ਪਿਆਰ ਦਾ ਸਬੂਤ ਦਈਏ। ਪਿਆਰ ਸਹਿਤ ਸਾਰੇ ਹੀ ਚਿੱਤ ਬਿਰਤੀ ਨੂੰ ਇਕਾਗਰ ਕਰਕੇ ਸਮਝ ਕੇ ਜਪੀਏ ਜੀ ਸਤਨਾਮ। श्री वाहिगुरु साहिब जी। गुरु के प्यार वालियों, संध्या वेले दा समा होया है ते हरेक जगियासू दे जीवन दे अंदर प्यारियों संध्या वेले दा जिहड़ा समा है ना, वो एक वखरी अहमियत रखता है। जे जगियासू है, जे जीवन दे अंदर वाकई ही पैदा करने वाले खुदा दे नाल कोई आत्मिक प्यार जुड़िया है, तां संध्या दा भाव हुंदा संधि होनी, भाव जुड़ना। जिवें दिन दे नाल हुण रात दा मिलाप होवेगा, दोवां दी संधि होवेगी, दोवां दा जोड़ होवेगा ते दोवां दे विचों प्यारियों एक नूं अपना आपा त्यागना पवेगा। याद रखियो इस गल नूं, एक नूं अपना आपा त्यागना पवेगा। जे रात दी संधि दा समां आ ते रात रवेगी ते दिन नूं अपना आपा त्यागना पवेगा। ते जे दिन दा समा है, अमृत वेले दा समा हुंदा, क्या उसनूं भी गुरु प्यारियों संध्या वेला ही कहा जांदा वा। दो वेले संध्या दे हुंदे आ, पर असीं उसनूं चलो नाम जिहड़ा वो अमृत वेला, वो भी एक बहुत चढ़दी कला वाला ते सुचज्जा नाम आ कि अमृत वरतदा उस वेले उहनूं अमृत वेला आखिया जांदा आ, पर है असल दे विच वो भी संधि दा समा।
ਉਦੋਂ ਵੀ ਸੰਧੀ ਹੁੰਦੀ ਆ, ਉਦੋਂ ਵੀ ਦਿਨ ਤੇ ਰਾਤ ਦਾ ਮਿਲਾਪ ਹੋ ਰਿਹਾ ਹੁੰਦਾ, ਤੇ ਉਸ ਸਮੇਂ ਰਾਤ ਨੂੰ ਆਪਣਾ ਆਪਾ ਖਤਮ ਕਰਕੇ ਤੇ ਦਿਨ ਨੂੰ ਸਾਰਾ ਥਾਂ ਦੇਣੀ ਪੈਂਦੀ ਹੈ। ਸਿੱਖਿਆ ਹੁਣ ਇਹਨਾਂ ਦੇ ਵਿੱਚੋਂ ਇਹ ਲਈਏ ਕਿ ਦੇਖੋ ਸੰਧਿਆ ਦਾ ਸਮਾਂ ਹੈ, ਆਪਣਾ ਆਪਾ ਆਪਣੀ ਹਉਮੈ ਤਿਆਗ ਕੇ, ਤੇ ਵੇਖੋ ਬਖਸ਼ਿਸ਼ ਕਿੰਨੀ ਵਰਤੀ ਆ। ਪੌੜੀ ਵੀ ਉਹ ਚੱਲ ਰਹੀ ਆ ਜਿਹਦੇ ਵਿੱਚ ਸ਼ਲੋਕਾਂ ਦੇ ਅੰਦਰ ਸਾਹਿਬਾਂ ਨੇ ਹਉਮੈ ਦੀ ਗੱਲ ਕੀਤੀ ਹੈ। ਪਿਆਰਿਓ, ਸੰਧਿਆ ਦਾ ਸਮਾਂ ਹੈ, ਆਪਣੀ ਹਉਮੈ ਦਾ ਤਿਆਗ ਕਰਕੇ ਤੇ ਉਸ ਅਕਾਲ ਪੁਰਖ ਦੇ ਅੰਦਰ ਇੱਕਮਿਕ ਹੋ ਜਾਈਏ। ਆਪਣੇ ਆਪ ਨੂੰ ਖਤਮ ਕਰਨਾ ਪਵੇਗਾ, ਇਸ ਭਾਵ ਇਸ ਆਪੇ ਦੇ ਵਾਸਤੇ, ਇਸ ਭਾਵ ਦੇ ਵਾਸਤੇ। ਆਪਣੇ ਆਪ ਨੂੰ ਖਤਮ ਕਰਕੇ ਹੀ ਇੱਕ ਬੂੰਦ ਜਿਹੜੀ ਆ ਉਹ ਸਾਗਰ ਦੇ ਵਿੱਚ ਸਮਾ ਸਕਦੀ ਆ। ਜੇ ਬੂੰਦ ਇਹ ਚਾਵੇ ਮਨ ਦੇ ਅੰਦਰ ਕਿ ਮੈਂ ਬੂੰਦ ਵੀ ਰਵਾਂ ਤੇ ਸਾਗਰ ਦਾ ਰੂਪ ਵੀ ਹੋ ਜਾਵਾਂ, ਤੇ ਪਿਆਰਿਓ ਆਪ ਜਾਣਦੇ ਹੋ ਇਸ ਗੱਲ ਨੂੰ ਭਲੀ ਭਾਂਤ ਕੇ ਇਸ ਤਰ੍ਹਾਂ ਨਹੀਂ ਹੋ ਸਕਦਾ। ਜਾਂ ਤੇ ਬੂੰਦ ਜਿਹੜੀ ਉਹ ਆਪਣਾ ਸਵੈਭਿਮਾਨ, ਆਪਣਾ ਅਹੰਕਾਰ ਰੱਖ ਕੇ ਤੇ ਬੂੰਦ ਰਹਿ ਸਕਦੀ ਆ, ਤੇ ਜਾਂ ਫਿਰ ਉਹ ਸਾਗਰ ਦਾ ਰੂਪ ਹੋ ਸਕਦੀ, ਪਰ ਉਹਨੂੰ ਆਪਣਾ ਆਪ ਤਿਆਗਣਾ ਪਵੇਗਾ। ਨਦੀਆਂ, ਨਾਲੇ, ਦਰਿਆ, ਟੋਬੇ, ਮੀਂਹ ਦਾ ਪਾਣੀ, ਇਹ ਸਾਰਾ ਕੁਝ ਆਪਣਾ ਆਪ ਤਿਆਗ ਕੇ ਤੇ ਸਮੁੰਦਰ ਹੋ ਜਾਂਦਾ ਹੈ, ਤੇ ਵਡਿਆਈ ਸਮੁੰਦਰ ਹੋਣ ਦੇ ਵਿੱਚ ਹੀ ਆ। ਉਦੋਂ ਤੱਕ ਇਹਨਾਂ ਨੂੰ ਕੋਈ ਵਡਿਆਈ ਪ੍ਰਾਪਤ ਨਹੀਂ ਹੁੰਦੀ। ਹੁਣ ਸਮੁੰਦਰ ਨਾ ਸੁਣਦਿਆਂ ਹੀ ਸਾਡੇ ਮਨ ਦੇ ਵਿੱਚ ਇੱਕ ਵਿਸ਼ਾਲ ਘੇਰਾ ਆ ਜਾਂਦਾ ਹੈ, ਭਾਵ ਕਿ ਵੱਡੀ ਵਡਿਆਈ ਆ ਸਮੁੰਦਰ ਦੀ। ਆਓ ਪਿਆਰਿਓ, ਗੁਰੂ ਦੇ ਸ਼ਬਦ ਦੀ ਵਿਚਾਰ ਦੇ ਰਾਹੀਂ ਤੇ ਸਾਹਿਬਾਂ ਨੇ ਬਖਸ਼ਿਸ਼ ਵੀ ਸਾਡੇ ਤੇ ਇਹੋ ਕੀਤੀ ਆ ਕਿ ਆਓ ਇਸ ਹਉਮੈ ਨੂੰ ਤਿਆਗਣ ਦਾ ਜਿਹੜਾ ਸਾਡੇ ਜੀਵਨ ਦਾ ਅਸਲ ਮਸਲਾ ਆ, ਇਹਨੂੰ ਸਮਝੀਏ ਤੇ ਇਹਦਾ ਤਿਆਗ ਕਰਕੇ ਗੁਰੂ ਦੇ ਚਰਨਾਂ ਰਾਹੀਂ ਅਕਾਲ ਪੁਰਖ ਦਾ ਧਿਆਨ ਧਰ ਕੇ ਤੇ ਉਹਦੇ ਅੰਦਰ ਸਮਾਉਣਾ ਕਰੀਏ ਜੀਵਨ ਦੇ ਅੰਦਰ। ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਮਿਹਰਾਮਤ ਕੀਤੀ ਆ ਸਾਡੇ ਉੱਪਰ। ਚੱਲ ਰਹੀ ਲੜੀ ਵਿਚਾਰ ਦੀ ਜੋ 7ਵੀਂ ਪੌੜੀ, ਜਿਸ ਦੀ ਵਿਚਾਰ ਦੇ ਨਾਲ ਆਪਾਂ ਅੱਜ ਸਾਰਿਆਂ ਨੇ ਪਿਆਰ ਸਹਿਤ ਜੁੜਨਾ ਹੈ। ਤੇ ਗੁਰੂ ਪਿਆਰਿਓ, ਆਪ ਜੀ ਨੇ ਬੜੀ ਪਿਆਰ ਭਾਵਨਾ ਦੇ ਨਾਲ 7ਵੀਂ ਪੌੜੀ ਜਿਹੜੀ ਉਹ ਸਰਵਣ ਕੀਤੀ। ਸਾਹਿਬ ਜੀ ਕਹਿੰਦੇ, ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਧਿਆਇਆ। ਇਸ ਤੋਂ ਪਹਿਲਾਂ ਸ਼ਲੋਕ ਵਿੱਚ ਹਜ਼ੂਰ ਕਹਿ ਕੇ ਆਏ ਆ ਕਿ ਭਾਈ ਹਉਮੈ ਦਾ ਰੋਗ ਜਿਹੜਾ ਨਾ, ਇਹ ਦੀਰਘ ਵੱਡਾ ਰੋਗ ਆ, ਲੰਮੇਰਾ ਰੋਗ ਆ, ਕਿਉਂਕਿ ਲੱਗਾ ਸਾਨੂੰ ਜਨਮ ਤੋਂ। ਜਦੋਂ ਤੋਂ ਸੰਸਾਰ ਤੇ ਆਏ ਉਦੋਂ ਦਾ ਹਉਮੈ ਦਾ ਰੋਗ ਲੱਗਾ। ਆਰੰਭਤਾ ਹੋਈ ਨਾ, ਹਉ ਵਿੱਚ ਆਇਆ, ਹਉ ਵਿੱਚ ਗਿਆ, ਭਾਵ ਹਉ ਵਿੱਚ ਹੀ ਸੰਸਾਰ ਤੇ ਆਇਆ। ਹਰੇਕ ਪ੍ਰਾਣੀ ਮਾਤਰ ਨੂੰ ਇਹ ਹਉਮੈ ਦਾ ਰੋਗ ਲੱਗਾ ਆ। ਤੇ ਵਿਚਾਰ ਆਪਾਂ ਮੁਕੰਮਲ ਜਿਹੜੀ ਉਹ ਜਿਤਨੀ ਕੁ ਸਮਤ ਪਾਤਸ਼ਾਹ ਜੀ ਨੇ ਬਖਸ਼ੀ ਉਹਦੇ ਅਨੁਸਾਰ ਆਪਾਂ ਕਰਕੇ ਆਏ ਹਾਂ। ਖੈਰ, ਗੁਰਦੇਵ ਜੀ ਨੇ ਬਚਨ ਕੀਤਾ ਸੀ ਕਿ ਭਾਈ ਇਹ ਹਉਮੈ ਦਾ ਰੋਗ ਜਿਹੜਾ, ਇਹਦਾ ਦਾਰੂ ਵੀ ਆ, ਇਹਦੀ ਦਵਾਈ ਵੀ ਹੈ। ਤੇ ਦਵਾਈ ਕੀ ਹੈ? ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ, ਨਾਨਕ ਕਹੈ ਸੁਣੋ ਜਨ ਹੋ ਇਤ ਸੰਜਮ ਦੁਖ ਜਾਹੇ। ਹਜ਼ੂਰ ਕਹਿੰਦੇ ਭਾਈ ਕਿਰਪਾ ਕਰੇ ਜੇ ਆਪਣੀ ਤਾਂ ਗੁਰੂ ਦੇ ਸ਼ਬਦ ਦੀ ਕਮਾਈ ਕਰਦਾ ਆ ਜੀਵ, ਤੇ ਗੁਰੂ ਦੇ ਸ਼ਬਦ ਦੀ ਕਮਾਈ ਦੇ ਵਿੱਚੋਂ ਹੁਣ ਨਿਕਲਿਆ ਕੀ, ਇਹ ਪੌੜੀ ਦੇ ਵਿੱਚ ਤੱਥ ਦੇ ਰਹੇ ਆ ਪਾਤਸ਼ਾਹ। ਅੱਜ ਇਸ ਵਿਚਾਰ ਨੂੰ ਸਮਝੀਏ ਕਿ ਗੁਰੂ ਦੇ ਸ਼ਬਦ ਦੇ ਰਾਹੀਂ ਹਉਮੈ ਕਿਵੇਂ ਦੂਰ ਹੋਣੀ। ਸਤਿਗੁਰੂ ਜੀ ਨੇ ਕਿਤੇ ਵੀ ਦੁਬਿਧਾ ਨਹੀਂ ਛੱਡੀ, ਸੰਪੂਰਨ ਤੌਰ ਤੇ ਸਾਰੀ ਵਿਚਾਰ ਸਮਝਾ ਦਿੱਤੀ ਆ। ਪਹਿਲਾਂ ਹਉਮੈ ਦੀ ਗੱਲ ਆਰੰਭਤਾ ਤੋਂ ਦੱਸੀ ਕਿ ਭਾਈ ਜੀਵਨ ਜਿਹੜਾ ਆਰੰਭ ਵੀ ਹਉਮੈ ਤੋਂ ਹੋਇਆ ਵਾ। ਜਿਹੜਾ ਹਉਮੈ ਦਾ ਅਭਾਵ ਰੱਖ ਕੇ ਜੀਵ ਧਾਰਮਿਕ ਕਾਰਜ ਵੀ ਕਰ ਰਿਹਾ, ਉਹ ਧਾਰਮਿਕ ਕਾਰਜ ਕਰਦਿਆਂ ਵੀ ਹਉਮੈ ਪੈਦਾ ਹੋ ਜਾਂਦੀ ਹੈ ਕਿ ਮੈਂ ਅੱਜ ਸੇਵਾ ਕਰਕੇ ਆਇਆ, ਮੈਂ ਅੱਜ ਬਾਣੀ ਪੜ੍ਹ ਕੇ ਆਇਆ, ਮੈਂ ਗੁਰੂ ਘਰ ਬੈਠ ਕੇ ਆਇਆ, ਮੈਂ ਸਤ ਸੰਗਤ ਦੇ ਵਿੱਚ ਬੈਠ ਕੇ ਆਇਆ। ਹਜ਼ੂਰ ਕਹਿੰਦੇ ਆਓ ਸੁਣੀਏ, ਸਮਝੀਏ ਕਿ ਇਹ ਹਉਮੈ ਦਾ ਰੋਗ ਜਿਹੜਾ ਹੈ ਇਹਦੀ ਦਵਾਈ ਕੀ ਆ। ਪਾਤਸ਼ਾਹ ਜੀ ਕਹਿੰਦੇ ਕਿ ਭਾਈ ਹੁਣ ਜਿਹੜੀ ਦੇਖੋ ਸੰਸਾਰਕ ਸੇਵਾ ਕਰਕੇ ਤੇ ਮਨ ਵਿੱਚ ਹਉਮੈ ਪੈਦਾ ਹੋ ਗਈ। ਹੁਣ ਹਜ਼ੂਰ ਕਹਿੰਦੇ ਸੇਵ ਕੀਤੀ ਸੰਤੋਖੀ, ਕਹਿੰਦੇ ਸੰਤੋਖੀ ਪੁਰਖ ਹੋ ਕੇ ਸੰਤੋਖ ਦਾ ਗੁਣ ਧਾਰਨ ਕਰਕੇ ਤੇ ਸੇਵ ਕੀਤੀ। ਸੇਵ ਕੀਤੀ ਤੋਂ ਭਾਵ ਇੱਥੇ ਸਾਡੇ ਹੱਥਾਂ ਦੀ ਸੇਵਾ ਨਹੀਂ ਆ ਕਿ ਹੱਥਾਂ ਦੇ ਨਾਲ ਅਸੀਂ ਜਾ ਕੇ
ਮੁਬਾਰਕ ਹੈ ਇਹ ਸੇਵਾ, ਬਰਤਨ ਮਾਂਜਣੇ, ਗੁਰੂ ਘਰ ਦੇ ਅੰਦਰ ਝਾੜੂ ਲਾਉਣਾ, ਪੋਚਾ ਲਾਉਣਾ, ਜਾਂ ਗੁਰੂ ਘਰ ਦੀ ਸੇਵਾ ਕਰਨੀ, ਗੁਰੂ ਸਾਹਿਬ ਜੀ ਦੇ ਰੁਮਾਲੇ ਸਾਹਿਬਾਂ ਦੀ ਸੇਵਾ ਕਰਨੀ, ਜਾਂ ਗੁਰੂ ਸਾਹਿਬ ਦੇ ਪਲੰਘੇ ਸਾਹਿਬ ਦੀ ਸੇਵਾ ਕਰਨੀ। ਮੁਬਾਰਕ ਹੈ ਸਾਰਾ ਕੁਝ। ਪਰ ਜੇ ਇਹ ਸਾਰਾ ਕੁਝ ਕਰਕੇ ਹਉਮੈ ਪੈਦਾ ਹੋ ਗਈ ਮਨ ਦੇ ਅੰਦਰ, ਤੇ ਹਜ਼ੂਰ ਕਹਿੰਦੇ ਭਾਈ ਜਿਵੇਂ ਹਾਥੀ ਨੂੰ ਇਸ਼ਨਾਨ ਕਰਕੇ ਤੇ ਚਿੱਕੜ ਦੇ ਵਿੱਚ ਲਿਟ ਗਿਆ ਨਾ ਹਾਥੀ ਜਾ ਕੇ, ਹਜ਼ੂਰ ਕਹਿੰਦੇ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਬਚਨ ਆਉਂਦਾ, ਕਹਿੰਦੇ ਚੰਦਨ ਲੇਪ ਉਤਾਰੈ ਧੋਏ, ਕਹਿੰਦੇ ਲੇਪ ਲਾ ਦਿੱਤਾ ਖੋਤੇ ਨੂੰ ਚੰਦਨ ਦਾ, ਤੇ ਸੋਹਣਾ ਵੀ ਹੋ ਗਿਆ, ਖੁਸ਼ਬੂ ਵੀ ਆਉਣ ਲੱਗ ਪਈ। ਪਰ ਗੱਲ ਕੀ ਹੋਈ? ਗਰ ਤਪ ਪ੍ਰੀਤ ਭਸਮ ਸੰਗ ਹੋਏ। ਫਿਰ ਗੱਲ ਉੱਥੇ ਹੀ ਆ ਗਈ ਕਿ ਭਸਮ ਦੇ ਵਿੱਚ ਜਾ ਕੇ ਰੁਲ ਗਿਆ। ਕਹਿੰਦੇ ਇਸ ਕਰਕੇ ਇਹ ਸਾਰੇ ਕਾਰਜ ਕਰਨੇ ਤਾਂ ਮੁਬਾਰਕ ਹੋਣਗੇ ਜਦੋਂ ਸੇਵ ਕੀਤੀ ਸੰਤੋਖੀ। ਜੀਵਨ ਨੂੰ ਸੰਤੋਖ ਦੇ ਵਿੱਚ ਲਿਆਉਣਾ ਹੀ ਗੁਰੂ ਪਿਆਰਿਓ ਗੁਰਮਤ ਦਾ ਅਸਲੀ ਜਿਹੜਾ ਤੱਥ ਆ, ਜਿਹਨੂੰ ਗੁਰਦੇਵ ਜੀ ਕਹਿੰਦੇ ਨਾ ਜੀਵਨ ਮੁਕਤ ਦੀ ਅਵਸਥਾ। ਸਾਰਾ ਸੰਸਾਰ ਹੁਣ ਮੁਕਤੀ ਦੇ ਪਿੱਛੇ ਹੀ ਲੱਗਾ। ਸੰਸਾਰ ਦੇ ਵਿੱਚ ਰਹਿੰਦੇ ਆ, ਸੰਸਾਰ ਦੇ ਰਸਾਂ ਤੋਂ ਨਿਰਲੇਪ ਹੋਣਾ, ਇਹਨੂੰ ਕਹਿੰਦੇ ਮੁਕਤੀ ਦੀ ਅਵਸਥਾ। ਤੇ ਸਾਹਿਬਾਂ ਨੇ ਇਸ ਪੌੜੀ ਦੇ ਅੰਦਰ ਇਹੋ ਅਵਸਥਾ ਬਿਆਨ ਕੀਤੀ ਜਿਹਦਾ ਰੋਗ ਖਤਮ ਹੋ ਗਿਆ ਹਉਮੈ ਦਾ। ਉਹਦੀ ਅਵਸਥਾ ਕਿੱਦਾਂ ਦੀ ਬਣ ਗਈ? ਉਹਨੇ ਸੰਤੋਖ ਦਾ ਗੁਣ ਧਾਰਨ ਕਰ ਲਿਆ, ਭਾਵ ਉਹ ਸੰਸਾਰ ਦੇ ਜੰਜਾਲਾਂ ਦੇ ਵਿੱਚ ਰਹਿੰਦਾ ਹੋਇਆ ਵੀ ਸੰਸਾਰ ਦੇ ਪਦਾਰਥਾਂ ਤੋਂ ਸੰਤੋਖੀ ਆ। ਭਾਵ ਉਹਨਾਂ ਦੇ ਲਾਲਚ ਵਸ ਹੋ ਕੇ ਆਪਣੇ ਵਿਕਾਰਾਂ ਨੂੰ ਪਹਿਲ ਦੇ ਕੇ ਤੇ ਕੁਕਰਮ ਨਹੀਂ ਕਮਾਉਂਦਾ। ਉਹਦਾ ਜੀਵਨ ਜਿਹੜਾ ਸੰਤੋਖ ਦੇ ਵਿੱਚ ਆ ਗਿਆ। ਜਿਵੇਂ ਪਿਆਰਿਓ ਅਸੀਂ ਸਾਰੇ ਨਾ, ਸਾਡੇ ਗਲ ਦੇ ਵਿੱਚ ਪਏ ਆ ਬੰਧਨ। ਬੰਧਨ ਕਿਸ ਤਰ੍ਹਾਂ ਦੇ? ਜਿਵੇਂ ਸੰਸਾਰ ਹੈ ਸੋਨੇ ਦਾ ਪਿੰਜਰਾ ਤੇ ਅਸੀਂ ਸਾਰੇ ਇਹਦੇ ਵਿੱਚ ਫਸੇ ਤੋਤੇ ਆ। ਹੁਣ ਸਾਨੂੰ ਸੋਨੇ ਦਾ ਪਿੰਜਰਾ ਬੜਾ ਚੰਗਾ ਲੱਗਦਾ। ਜਿਹੜਾ ਗੁਰਮੁਖ ਹੋ ਗਿਆ ਨਾ, ਇੱਥੇ ਸੋਨੇ ਦੇ ਪਿੰਜਰੇ ਦੇ ਵਿੱਚ ਤਾਂ ਖਾਣ ਨੂੰ ਵੀ ਬੜਾ ਕੁਝ ਮਿਲਦਾ, ਪਰ ਜਿਹੜਾ ਗੁਰਮੁਖ ਹੋ ਗਿਆ ਉਹ ਕਹਿੰਦਾ ਕਿ ਮੈਨੂੰ ਸੋਨੇ ਦੇ ਪਿੰਜਰੇ ਦੀ ਗੁਲਾਮੀ ਦੇ ਨਾਲੋਂ ਇੱਥੇ ਮਿਲਣ ਵਾਲੇ 36 ਪ੍ਰਕਾਰ ਦੇ ਪਕਵਾਨਾਂ ਦੇ ਨਾਲੋਂ ਮੈਨੂੰ ਆ ਸੁੱਕੀ ਰੋਟੀ ਖਾਣੀ ਜਿਹੜੀ ਉਹ ਪ੍ਰਵਾਨ ਆ ਗਲ ਦੇ ਵਿੱਚ ਬੰਧਨ ਪਵਾਉਣ ਦੇ ਨਾਲ। ਅਸਲ ਦੇ ਵਿੱਚ ਸਾਡੀ ਹਉਮੈ ਤਾਂ ਪੈਦਾ ਹੁੰਦੀ ਜਦੋਂ ਕੁਝ ਹੋਵੇ ਜੀਵਨ ਦੇ ਵਿੱਚ, ਜਦੋਂ ਸਾਡੇ ਪਾਸ ਕੁਝ ਹੋਵੇ ਤੇ ਪਾਸ ਉਹ ਹੋਵੇ ਜਿਹੜਾ ਅਸੀਂ ਇਕੱਠਾ ਕੀਤਾ ਹੋਵੇ। ਤੇ ਜਿਹੜਾ ਸੰਤੋਖੀ ਹੋ ਗਿਆ ਉਹ ਕਦੇ ਇਕੱਠਾ ਨਹੀਂ ਕਰਦਾ। ਉਹ ਹਜ਼ੂਰ ਕਹਿੰਦੇ ਪ੍ਰਸ਼ਾਦਾ ਵੀ ਛਕਦਾ ਆ ਤੇ ਆਪਣੀ ਲੋੜ ਦੇ ਵਾਸਤੇ, ਭਾਵ ਸਰੀਰ ਨੂੰ ਚਲਾਉਣ ਦੇ ਵਾਸਤੇ ਪ੍ਰਸ਼ਾਦਾ ਛਕਦਾ, ਜੀਵਨ ਦੇ ਵਾਸਤੇ ਪ੍ਰਸ਼ਾਦਾ ਛਕ ਰਿਹਾ। ਪ੍ਰਸ਼ਾਦਾ ਛਕਣ ਦੇ ਵਾਸਤੇ ਜੀ ਨਹੀਂ ਰਿਹਾ, ਪਦਾਰਥ ਖਾਣ ਦੇ ਵਾਸਤੇ ਜਿੰਦਾ ਨਹੀਂ ਹੈ। ਉਹ ਜਿੰਦਾ ਰਹਿਣ ਦੇ ਵਾਸਤੇ ਖਾ ਰਿਹਾ ਹੈ, ਭਾਵ ਜਿੰਨੀ ਕੁ ਲੋੜ ਆ ਉਨਾ ਕੁ ਛਕ ਲਿਆ, ਬਹੁਤਾ ਇਕੱਠਾ ਕਰਨ ਦੀ ਜਾਂ ਭਰਨ ਦੀ ਲੋੜ ਨਹੀਂ। ਪਹਿਲਾ ਗੁਣ ਕੀ ਦੱਸਿਆ? ਕਹਿੰਦੇ ਜਦੋਂ ਸੰਤੋਖ ਪੈਦਾ ਹੋ ਜਾਵੇਗਾ ਨਾ, ਉਦੋਂ ਅਸੀਂ ਇਸ ਸੋਨੇ ਦੇ ਪਿੰਜਰੇ ਦੇ ਵਿੱਚੋਂ ਨਿਕਲ ਕੇ ਭਾਵੇਂ ਗਰੀਬੀ ਦੇ ਵਿੱਚ ਰਹਿਣਾ ਪਵੇ, ਪਰ ਅਸੀਂ ਆਜ਼ਾਦੀ ਨੂੰ ਮਾਣਾਂਗੇ, ਮਾਇਆ ਦੇ ਜੰਜਾਲਾਂ ਨੂੰ ਛੱਡ ਕੇ। ਅਸੀਂ ਬੜੇ ਸੋਭਾ ਪਾ ਰਹੇ ਹਾਂ, ਬੜੇ ਚੰਗਾ ਲੱਗਦਾ ਸਾਨੂੰ ਆਪਣੇ ਆਪ ਨੂੰ ਕਿ ਭਾਈ ਇੱਥੇ ਪਕਵਾਨ ਬੜੇ ਵਧੀਆ ਮਿਲਦੇ ਆ, ਪਰ ਗਲ 'ਚ ਕੀ ਪਿਆ? ਫਾਹੀ ਪਈ ਆ। ਕੱਲ ਵੀ ਵਿਚਾਰ ਕੀਤੀ ਆਪਾਂ, ਗਲ 'ਚ ਕੀ ਪਿਆ ਸਾਡੇ? ਫਾਹੀ ਪਈ ਆ। ਹਜ਼ੂਰ ਕਹਿੰਦੇ ਆ ਗੁਣ ਜਿਹੜਾ ਸ਼ਬਦ ਦੇ ਕੋਲੋਂ ਮਿਲਿਆ, ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਤੇ ਆਇਆ। ਇੱਕ ਹੋਰ ਵਿਚਾਰ ਨੂੰ ਸਮਝਿਓ ਪਿਆਰਿਓ, ਸੰਤੋਖ ਤਾਂ ਜੀਵਨ ਦੇ ਵਿੱਚ ਪੈਦਾ ਹੋਣਾ ਜਿਨੀ ਸੱਚੋ ਸੱਚ ਤੇ ਆਇਆ। ਜਦੋਂ ਸੱਚ ਨੂੰ ਧਿਆਉਣਾ ਆਰੰਭ ਕਰ ਦਿਆਂਗੇ ਜੀਵਨ ਦੇ ਅੰਦਰ, ਕਿਉਂਕਿ ਜਿੱਥੇ ਕਿਤੇ ਵੀ ਸੰਤੋਖ ਦੀ ਗੱਲ ਆਈ ਆ ਨਾ, ਉੱਥੇ ਸਾਹਿਬਾਂ ਨੇ ਪਹਿਲਾਂ ਸੱਚ ਦੀ ਗੱਲ ਕੀਤੀ ਆ ਕਿ ਸੰਸਾਰ ਦੇ ਕੂੜੇ ਪਦਾਰਥਾਂ ਨੂੰ, ਖਤਮ ਹੋ ਜਾਣ ਵਾਲੇ ਪਦਾਰਥਾਂ ਨੂੰ ਜਾਂ ਖਤਮ ਹੋ ਜਾਣ ਵਾਲੇ ਆਸਰਿਆਂ ਦੇ ਨਾਲ ਲੱਗ ਕੇ ਮਾਨੁਕੀ ਟੇਕ ਬਿਰਥੀ ਸਭ ਜਾਣ, ਇਹਨਾਂ ਆਸਰਿਆਂ ਦੇ ਨਾਲ ਲੱਗ ਕੇ ਜਦੋਂ ਜੀਵਨ ਬਤੀਤ ਕਰ ਰਹੇ ਆ ਤੇ ਹਜ਼ੂਰ ਕਹਿੰਦੇ ਉਦੋਂ ਤੱਕ ਮਨ ਵਿੱਚ ਸੰਤੋਖ ਨਹੀਂ ਪੈਦਾ ਹੋਵੇਗਾ। ਸੰਤੋਖ ਤਾਂ ਪੈਦਾ ਹੋਵੇਗਾ ਜਦੋਂ ਮਨ ਵਿੱਚ ਇਹ ਧੀਰਜ ਹੋਵੇਗਾ, ਇਹ ਧਰਵਾਸ ਹੋਵੇਗਾ ਕਿ ਮੇਰਾ ਸਾਹਿਬ ਸਭ ਤੋਂ ਵੱਡਾ ਆ। ਉਹਨੂੰ ਮੇਰੀਆਂ ਕਮੀਆਂ ਦਾ, ਮੇਰੀਆਂ ਖਾਮੀਆਂ ਦਾ ਤੇ ਮੇਰੇ ਗੁਣਾਂ ਦਾ ਪਤਾ ਹੈ। ਉਹਨੂੰ ਮੇਰੀ ਲੋੜ ਦਾ ਤੇ ਮੇਰੀਆਂ ਇੱਛਾਵਾਂ ਦਾ ਪਤਾ ਹੈ।
ਉਹਨੂੰ ਪਤਾ ਮੈਨੂੰ ਕਿਹੜੇ ਵੇਲੇ ਕੀ ਚੀਜ਼ ਚਾਹੀਦੀ। ਸੰਤੋਖ ਤਾਂ ਹੀ ਪੈਦਾ ਹੋਵੇਗਾ ਨਾ। ਤੇ ਸੰਤੋਖ ਇਸੇ ਨੂੰ ਕਹਿੰਦੇ ਆ ਕਿ ਇੱਕ ਦੇ ਉੱਤੇ ਭਰੋਸਾ ਕਰਕੇ ਟਿਕ ਕੇ ਬੈਠ ਜਾਣਾ। ਹਜ਼ੂਰ ਕਹਿੰਦੇ ਜਿਨੀ ਸੱਚੋ ਸੱਚ ਤੇ ਆਇਆ, ਜਿਨ੍ਹਾਂ ਨੇ ਸੱਚ ਨੂੰ ਧਿਆ ਲਿਆ, ਹਉਮੈ ਦਾ ਨਾਸ ਹੋ ਕੇ ਤੇ ਉਹ ਆਪਣੇ ਅਕਾਲ ਪੁਰਖ ਦੀ ਸੇਵ ਕੀਤੀ ਸੰਤੋਖੀ। ਸੇਵ ਤੋਂ ਭਾਵ ਇੱਥੇ ਆ ਸੇਵਨਾ, ਭਾਵ ਉਸ ਨੂੰ ਜਪਣਾ। ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ। ਜਿਹੜੀ ਵਿਚਾਰ ਆਪਾਂ ਆਰੰਭ ਕੀਤੀ ਆ ਸਮਾਉਣ ਵਾਲੀ, ਕਿ ਬੂੰਦ ਨੇ ਸਾਗਰ ਦੇ ਵਿੱਚ ਸਮਾ ਜਾਣਾ ਹੈ, ਨਦੀਆਂ ਨਾਲਿਆਂ ਟਿੱਬਿਆਂ ਦਰਿਆਵਾਂ ਨੇ ਸਮੁੰਦਰ ਦੇ ਵਿੱਚ ਸਮਾ ਜਾਣਾ ਹੈ। ਤੇ ਇੱਥੇ ਸਮਾਉਣ ਦੀ ਗੱਲ ਆ, ਕਹਿੰਦੇ ਤਾਂ ਸਮਾਵਾਂਗੇ ਜਦੋਂ ਸੇਵਾ ਕਰਾਂਗੇ, ਸੇਵਨਾ ਕਰਾਂਗੇ, ਜਪਨਾ ਕਰਾਂਗੇ, ਸਿਮਰਨ ਕਰਾਂਗੇ। ਇਹ ਤੋਂ ਭਾਵ ਆ ਸੇਵ ਕੀਤੀ ਸੰਤੋਖੀ। ਹਜ਼ੂਰ ਜਪਜੀ ਸਾਹਿਬ ਦੀ ਬਾਣੀ ਵਿੱਚ ਬਚਨ ਕਰਦੇ, ਸੁਣਿਆ ਸਤ ਸੰਤੋਖ ਗਿਆਨ। ਸਤ ਪਹਿਲਾਂ ਤੇ ਤਾਂ ਜਾ ਕੇ ਸੰਤੋਖ ਪੈਦਾ ਹੋਵੇਗਾ। ਹੋਰ ਵਿਚਾਰ ਸਮਝੀਏ। ਹਜ਼ੂਰ ਨੇ ਮੁੰਦਾਵਣੀ ਮਹੱਲਾ 5ਵਾਂ ਦਰਜ ਕੀਤਾ। ਮੁੰਦਾਵਣੀ ਤੋਂ ਭਾਵ ਹੁੰਦਾ ਜੇ ਬੁਝਾਰਤ। ਪੰਚਮ ਗੁਰਦੇਵ ਜੀ ਨੇ ਸਿੱਖਾਂ ਦੇ ਵਾਸਤੇ ਇਹ ਬੁਝਾਰਤ ਪਾਈ। ਕਹਿੰਦੇ ਥਾਲ ਵਿੱਚ 3 ਵਸਤੂ ਪਈਓ, ਸਤ ਸੰਤੋਖ ਵਿਚਾਰੋ। ਫਿਰ ਇੱਥੇ ਸਤ ਪਹਿਲਾਂ ਆ ਗਿਆ। ਗੱਲ ਕੀ, ਜਦੋਂ ਤੱਕ ਸੱਚ ਨੂੰ ਧਿਆਉਣਾ ਨਹੀਂ ਕਰਾਂਗੇ ਜੀਵਨ ਦੇ ਅੰਦਰ, ਤੇ ਸੱਚਾ ਕੌਣ ਆ? ਕੇਵਲ ਸਭ ਮੈਂ ਜੋਤ, ਜੋਤ ਹੈ ਸੋਏ। ਇਹ ਜਿਹੜਾ ਅਕਾਲ ਪੁਰਖ ਸਾਰਿਆਂ ਦੇ ਵਿੱਚ ਵਸਦਾ, ਉਹੋ ਹੀ ਸੱਚਾ ਆ। ਆਦਿ ਸੱਚ ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਉਹ ਅਕਾਲ ਪੁਰਖ ਸੱਚਾ ਆ। ਤੇ ਹਜ਼ੂਰ ਕਹਿੰਦੇ ਜਦੋਂ ਤੱਕ ਉਹ ਸੱਤ ਨੂੰ ਨਹੀਂ ਨਾ ਧਿਆਵਾਂਗੇ। ਥਾਲ ਵਿੱਚ 3 ਵਸਤੂ ਪਈਓ, ਸ਼ਬਦ ਦੀ ਗੱਲ ਕੀਤੀ ਸੀ ਪਾਤਸ਼ਾਹ ਜੀ। ਕਹਿੰਦੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਤੇ ਇਸ ਸ਼ਬਦ ਦੇ ਅੰਦਰ ਹੀ ਦਾਰੂ ਦਵਾਈ ਲਿਖੀ ਆ ਹਉਮੈ ਦੀ। ਹਉਮੈ ਦੀ ਦਵਾਈ ਕੀ? ਸੰਤੋਖ। ਕਹਿੰਦੇ ਆ 1430 ਅੰਗਾਂ ਦੇ ਅੰਦਰ ਮੁੰਦਾਵਣੀ ਪਾ ਕੇ ਦਿੱਤੀ ਆ। ਤੇ ਮੁੰਦਾਵਣੀ ਦਾ ਭਾਵ ਅਰਥ ਇਹ ਹੈ ਕਿ ਥਾਲ ਵਿੱਚ 3 ਵਸਤੂ ਪਈਓ। ਆ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਗਿਆਨ ਰੂਪੀ ਥਾਲ, ਸਰੂਪ ਰੂਪੀ ਜਿਹੜਾ ਸਾਡੇ ਸਾਹਮਣੇ ਥਾਲ ਆ। ਕਹਿੰਦੇ ਇਹਦੇ ਵਿੱਚ 3 ਵਸਤਾਂ ਨੇ। ਇੱਕ ਤੇ ਸਤ ਲਿਖਿਆ ਹੈ ਸਾਰੇ ਦਾ ਸਾਰਾ, ਦੂਜਾ ਇਹਦੇ ਨਾਲ ਸੰਤੋਖ ਪੈਦਾ ਹੁੰਦਾ ਆ, ਤੇ ਤੀਜਾ ਗਿਆਨ ਵਿਚਾਰ ਪੈਦਾ ਹੁੰਦੀ ਇਹਦੇ ਨਾਲ। ਫਿਰ ਨਾਮ ਦੀ ਬਖਸ਼ਿਸ਼ ਹੁੰਦੀ ਆ। ਥਾਲ ਵਿੱਚ 3 ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾकुर का पयो, जिसका सबसे आधारो। जे को खावै जे को पुंचै, तिसका होए उधारो। ਪਿਆਰਿਓ, ਸਤ ਦੇ ਨਾਲ ਜਦੋਂ ਜੁੜਨਾ ਆਰੰਭ ਹੋਇਆ ਨਾ, ਫਿਰ ਚਿੱਤ ਦੇ ਵਿੱਚ ਸੰਤੋਖ ਪੈਦਾ ਹੋਇਆ। ਤੇ ਇਸ ਗੱਲ ਨੂੰ ਸਮਝ ਲਿਓ ਸਤ ਕਰਕੇ ਕਿ ਜਦੋਂ ਸੰਤੋਖ ਪੈਦਾ ਹੋਇਆ ਨਾ, ਉਦੋਂ ਹੀ ਹਉਮੈ ਦਾ ਨਾਸ਼ ਹੋਵੇਗਾ। ਭਾਵੇਂ ਇਹ ਗੱਲ ਸੰਸਾਰ ਤੇ ਅੱਜ ਤੱਕ ਕਿਸੇ ਨੇ ਦੱਸੀ ਨਾ ਹੋਵੇ। ਹੋਰ ਕਿਸੇ ਵੀ ਕਾਰਜ ਕਰਨ ਦੇ ਨਾਲ, ਸੇਵਾ ਦੇ ਨਾਲ, ਜਾਂ ਧਾਰਮਿਕ ਕਾਰਜ ਕਰਨ ਦੇ ਨਾਲ, ਕਰਮ ਕਾਂਡਾਂ ਦੇ ਨਾਲ, ਤੀਰਥ ਸਥਾਨ ਤੇ ਜਾਣ, ਜਗ ਹਵਨਾ, ਜਪ ਤਪ ਦੇ ਨਾਲ ਹਉਮੈ ਪੈਦਾ ਹੋ ਸਕਦੀ ਆ। ਹਜ਼ੂਰ ਕਹਿੰਦੇ ਸੰਤੋਖ ਦੇ ਨਾਲ ਹੀ ਹਉਮੈ ਦਾ ਨਾਸ਼ ਹੋਣਾ ਹੈ। ਜਦੋਂ ਸੰਤੋਖੀ ਹੋ ਕੇ ਤੇ ਬੈਠ ਗਿਆ ਟਿਕ ਕੇ ਕਿ ਭਾਈ ਹੁਣ ਕਿਸੇ ਵਸਤ ਦੀ ਇੱਛਾ ਨਹੀਂ ਮਨ ਦੇ ਵਿੱਚ, ਲੋੜ ਹੈ ਤੇ ਲੋੜ ਉਸ ਅਕਾਲ ਪੁਰਖ ਨੇ ਆਪੇ ਪੂਰੀ ਕਰ ਦੇਣੀ। ਜਿਹਨੂੰ ਧਿਆਇਆ ਵਾ, ਜਿਹਨੀ ਸੱਚੋ ਸੱਚ ਧਿਆਇਆ, ਉਨੀ ਮੰਦਾ ਪੈਰ ਨਾ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ। ਹੁਣ ਸਤਿਗੁਰੂ ਪਾਤਸ਼ਾਹ ਜੀ ਉਹਦੇ ਚਿੰਨ, ਉਹਦੀਆਂ ਨਿਸ਼ਾਨੀਆਂ ਦੱਸਦੇ ਆ ਕਿ ਉਹਦਾ ਜੀਵਨ ਕਿੱਦਾਂ ਦਾ, ਜਿਹਨੇ ਸੱਚੋ ਸੱਚ ਧਿਆ ਲਿਆ, ਉਹਦਾ ਜੀਵਨ ਕਿੱਦਾਂ ਦਾ ਆ। ਕਹਿੰਦੇ ਉਹਨੀ ਮੰਦਾ ਪੈਰ ਨਾ ਰੱਖਿਓ। ਵਾਹਿਗੁਰੂ ਹਜ਼ੂਰ ਕਹਿੰਦੇ ਉਹਨੀ ਮੰਦਾ ਪੈਰ ਨਾ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ। ਕਹਿੰਦੇ ਹੁਣ ਧਰਮ ਦੀ ਕਮਾਈ ਕੀਤੀ ਆ, ਧਰਮ ਦੀ ਕਿਰਤ ਕੀਤੀ ਆ। ਸੋ ਕ੍ਰਿਤ ਜਿਹਨੂੰ ਆਪਾਂ ਕਹਿੰਦੇ, ਇੱਕ ਦੋ ਕ੍ਰਿਤ ਆ, ਭਾਵ ਮਾੜੀ ਕਿਰਤ ਕਰਨੀ ਜੀਵਨ ਦੇ ਅੰਦਰ। ਕਾਦੇ ਵਾਸਤੇ? ਧਨ ਦੀ ਲਾਲਚਾ, ਲੋਭ ਦੇ ਪਿੱਛੇ ਲੱਗ ਕੇ। ਹੁਣ ਜਦੋਂ ਸੰਤੋਖ ਆ ਗਿਆ, ਫਿਰ ਕਹਿੰਦਾ ਭਾਈ ਹੁਣ ਜਿੰਨੇ ਕਮਾ ਲਏ ਇੰਨੇ ਦੇ ਵਿੱਚ ਹੀ ਬੜਾ ਆਨੰਦ ਹੈ। ਸੰਤੋਖ ਆ ਗਿਆ ਨਾ ਹੁਣ ਚਿੱਤ ਦੇ ਅੰਦਰ। ਸਾਹਿਬ ਜੀ ਕਹਿੰਦੇ ਆ
बिना संतोख नहीं को राजै, सुपन मनोरथ बिरथे सब काजै। एक फकीर ना जंगल दे विच बैठा ते प्यारियों बड़ी अजमत वाला, बड़ी बंदगी वाला नाम जेड़ा वो दूर दूर तक, क्योंकि जेड़ा तां करनी वाला फकीर होवे ਉਹਦੀ ਪ੍ਰਸਿੱਧੀ ਆਪਣੇ ਆਪ ਹੀ ਜਗਤ ਦੇ ਅੰਦਰ ਹੋ ਜਾਂਦੀ। ਉਹਨੂੰ ਪ੍ਰਸਿੱਧੀ ਕਰਾਉਣ ਦੀ ਜਾਂ ਕਰਨ ਦੀ ਲੋੜ ਨਹੀਂ ਪੈਂਦੀ। ਲੋਕ ਆਪਣੇ ਆਪ ਉਹਦੇ ਕੋਲ ਪੁੱਛਾਂ ਲੈਣ ਵਾਸਤੇ ਆ ਜਾਂਦੇ ਨੇ। ਜੰਗਲ ਦੇ ਵਿੱਚ ਫਕੀਰੀ ਭੇਸ ਦੇ ਅੰਦਰ ਬੈਠਾ ਬਿਰਾਜਮਾਨ ਆ, ਬੰਦਗੀ ਦੇ ਵਿੱਚ ਚੁੜਿਆ ਰਹਿੰਦਾ ਦਿਨ ਰਾਤ। ਤੇ ਇੱਕ ਰਾਜਕੁਮਾਰੇ ਦੇ ਪਾਸ ਆਇਆ। ਰਾਜਕੁਮਾਰੇ ਦੇ ਪਾਸ ਆ ਕੇ ਤੇ ਉਹਨੇ ਸੁਣਿਆ ਸੀ ਇਹਦੇ ਬਾਰੇ ਬੜੀ ਵਿਚਾਰ, ਬੜੀ ਉੱਚੀ ਅਜ਼ਮਤ ਵਾਲਾ ਫਕੀਰ ਆ, ਪੀਰ ਆ। ਇਹਦੇ ਪਾਸ ਆ ਕੇ ਤੇ ਇਹਨੂੰ ਬੇਨਤੀ ਕਰਦਾ ਆ ਕਿ ਮੇਰੇ ਕੋਲ ਚੰਗਾ ਤਗੜਾ ਰਾਜ ਭਾਗ ਆ, ਮੇਰੇ ਪਿਤਾ ਨੂੰ ਗੁਜ਼ਰੇ ਅਜੇ ਥੋੜਾ ਸਮਾਂ ਹੋਇਆ, ਮੈਂ ਰਾਜ ਸਿੰਘਾਸਨ ਤੇ ਬੈਠਾ ਰਾਜਾ ਬਣਿਆ ਹਾਂ ਤੇ ਮੇਰੇ ਕੋਲ ਬਹੁਤ ਤਗੜਾ ਜਿਹੜਾ ਉਹ ਰਾਜ ਭਾਗ ਵੀ ਹੈ, ਧਨ ਮਾਲ ਵੀ ਬਹੁਤ ਆ, ਰੱਬ ਦੀ ਦਇਆ ਦੇ ਨਾਲ ਘਰ ਸੰਤਾਨ ਵੀ ਆ, ਪੁੱਤਰ ਧੀਆਂ ਵੀ, ਇਸਤਰੀਆਂ ਵੀ ਮੇਰੀਆਂ ਚੰਗੀਆਂ ਸੋਹਣੀਆਂ ਮੇਰੇ ਆਸ-ਪਾਸ ਸੌਂਦੀਆਂ ਨੇ। ਗੱਲ ਕੀ ਸੁੱਖ ਸੁਵਿਧਾ ਵਾਸਤੇ ਸਾਰਾ ਕੁਝ ਹੀ ਮੇਰੇ ਪਾਸ ਹੈ ਤੇ ਪ੍ਰਜਾ ਵੀ ਮੇਰਾ ਬੜਾ ਖਿਆਲ ਰੱਖਦੀ, ਮੇਰਾ ਬੜਾ ਮਾਣ ਸਤਿਕਾਰ ਕਰਦੀ ਆ। ਵਜ਼ੀਰ ਵੀ ਚੰਗੇ ਨੇ, ਸਾਰਾ ਜਿਹੜਾ ਰਾਜ ਭਾਗ ਹੈ ਉਹ ਚੰਗਾ ਸੁਚਾਰੂ ਢੰਗ ਦੇ ਨਾਲ ਚੱਲ ਰਿਹਾ ਤੇ ਆਏ ਦਿਨ ਨਵੀਆਂ ਮੁਹਿੰਮਾਂ ਦੇ ਨਾਲ ਰਾਜ ਭਾਗ ਦੇ ਵਿੱਚ ਵਾਧਾ ਵੀ ਹੁੰਦਾ ਰਹਿੰਦਾ ਆ। ਪਰ ਮੈਨੂੰ ਇੱਕ ਗੱਲ ਦੱਸੋ, ਮੇਰੇ ਮਨ ਨੂੰ ਸ਼ਾਂਤੀ ਨਹੀਂ ਹੈ। ਸਾਡੇ ਅੱਜ ਕੱਲ ਨਾ 98% ਲੋਕਾਂ ਦਾ ਲਗਭਗ ਪਿਆਰਿਓ ਇਹੋ ਹੀ ਸਵਾਲ ਹੁੰਦਾ ਆ। ਕਾਰਨ ਕੀ? ਉਹੋ ਹੀ ਕਾਰਨ ਹੁਣ ਦੱਸਣ ਲੱਗਾ ਆ ਫਕੀਰ, ਜਿਹੜਾ ਕਾਰਨ ਉਸ ਰਾਜੇ ਨੇ ਪੁੱਛਣਾ ਆ। ਰਾਜਾ ਕਹਿੰਦਾ ਮੇਰੇ ਮਨ ਨੂੰ ਸੰਤੋਖ ਨਹੀਂ ਆ, ਮੇਰੇ ਮਨ ਨੂੰ ਸ਼ਾਂਤੀ ਨਹੀਂ ਮਿਲੀ। ਸਾਰੀ ਗੱਲ ਕਰਕੇ ਤੇ ਫਕੀਰ ਆਪਣੀ ਬੰਦਗੀ ਦੇ ਵਿੱਚ ਬਿਰਾਜਮਾਨ ਆ। ਉਸ ਨੂੰ ਆਖਿਆ ਕੱਲ ਆਈ, ਤੈਨੂੰ ਕੱਲ ਇਸ ਦਾ ਜਵਾਬ ਮਿਲੇਗਾ। ਮਨ ਦੇ ਵਿੱਚ ਸੋਚਿਆ ਲੱਗਦਾ ਤੇ ਬੜੀ ਅਜ਼ਮਤ ਵਾਲਾ ਆ, ਪਰ ਜਵਾਬ ਇਹਦੇ ਪਾਸ ਹੈ ਨਹੀਂ। ਖੈਰ ਚਲੋ ਜਵਾਬ ਚਾਹੀਦਾ ਵੀ ਜ਼ਰੂਰੀ ਆ ਮੈਨੂੰ, ਤੇ ਕੱਲ ਆ ਜਾਵਾਂਗੇ, ਕੋਈ ਗੱਲ ਨਹੀਂ। ਗਿਆ ਆਪਣੇ ਰਾਜ ਭਾਗ ਸਾਂਭਿਆ ਜਾ ਕੇ। ਅਗਲੇ ਦਿਨ ਜਦੋਂ ਪਹੁੰਚਿਆ ਤੇ ਫਕੀਰ ਜਿਹੜਾ ਨਾ ਉਹ ਇੱਕ ਖੂਹ ਦੇ ਪਾਸ ਖੜਾ। ਖੂਹ ਦੇ ਪਾਸ ਖੜ ਕੇ ਤੇ ਜਦੋਂ ਰਾਜਕੁਮਾਰ ਉਹਦੇ ਪਾਸ ਆਇਆ ਤੇ ਰਾਜਕੁਮਾਰ ਉਹਨੂੰ ਕਹਿੰਦਾ ਮੇਰੀ ਗੱਲ ਦਾ ਜਵਾਬ ਆਪ ਜੀ ਦੇ ਪਾਸ ਹੈ? ਕਹਿੰਦਾ ਜਵਾਬ ਹੈ, ਤੈਨੂੰ ਜਵਾਬ ਵੀ ਦਿਆਂਗਾ, ਪਰ ਚੁੱਪ ਕਰਕੇ ਇੱਥੇ ਖੜ ਜਾਈਂ ਤੇ ਬੋਲੀ ਕੁਛ ਨਾ, ਜਦੋਂ ਤੱਕ ਮੈਂ ਨਾ ਕਵਾਂ। ਬੋਲੀ ਨਾ ਕਦੇ ਵੀ ਕੁਛ, ਜਦੋਂ ਤੱਕ ਮੈਂ ਨਾ ਕਵਾਂ, ਇੱਥੇ ਖੜ ਕੇ ਵੇਖ। ਫਕੀਰ ਨੇ ਕੀ ਕੀਤਾ ਜੀ, ਖੂਹ ਦੇ ਕੋਲ ਬਾਲਟੀ ਜਿਹੜੀ ਪਈ ਸੀ, ਰੱਸੀ ਬੰਨੀ, ਖੂਹ ਦੇ ਵਿੱਚ ਸੁੱਟੀ, ਪਾਣੀ ਨਾਲ ਜਿਹੜੀ ਉਹ ਵਿੱਚ ਡੋਬ ਕੇ ਤੇ ਬਾਲਟੀ ਬਾਹਰ ਕੱਢ ਲਈ। ਬਾਲਟੀ ਜਿਹੜੀ ਉਹ ਖਾਲੀ ਬਾਹਰ ਆਈ। ਫਿਰ ਦੁਬਾਰਾ ਬਾਲਟੀ ਵਿੱਚ ਸੁੱਟੀ ਤੇ ਬਾਲਟੀ ਫਿਰ ਭਰੀ। ਫਿਰ ਬਾਲਟੀ ਜਿਹੜੀ ਉਹ ਖਾਲੀ ਬਾਹਰ ਆਈ। ਫਿਰ ਦੁਬਾਰਾ ਵਿੱਚ ਸੁੱਟੀ ਤੇ ਫਿਰ ਬਾਲਟੀ ਭਰੀ। ਹੁਣ ਰਾਜਕੁਮਾਰ ਸੋਚਦਾ ਮਨ ਦੇ ਵਿੱਚ ਕਿ ਲੱਗਦਾ ਫਕੀਰ ਜਿਹੜਾ ਨਾ ਇਹ ਦਿਮਾਗੀ ਤੌਰ ਤੇ ਜਿਹੜਾ ਉਹ ਤੰਦਰੁਸਤ ਨਹੀਂ, ਇਹ ਬਿਮਾਰ ਲੱਗਦਾ ਜਾਂ ਇਹ ਮੂਰਖ ਲੱਗਦਾ ਹੈ। ਮਨ ਦੇ ਵਿੱਚ ਸਵਾਲ ਤੇ ਬੜੇ ਆ ਰਹੇ, ਪਰ ਕੀ ਕਰੇ, ਫਕੀਰ ਨੇ ਮਨਾ ਕੀਤਾ ਆ ਕਿ ਭਾਈ ਬੋਲਣਾ ਨਹੀਂ। ਹੁਣ ਇਸ ਤਰ੍ਹਾਂ 2-3 ਵਾਰਾਂ ਹੋਰ ਕੀਤਾ ਫਕੀਰ ਨੇ ਕਿ ਬਾਲਟੀ ਸੁੱਟ ਕੇ ਤੇ ਬਾਲਟੀ ਜਿਹੜੀ ਭਰੀ ਉਹ ਫਿਰ ਖਾਲੀ ਬਾਹਰ ਆ ਗਈ। ਆਖਿਰ ਇਹ ਰਾਜਕੁਮਾਰ ਜਿਹੜਾ ਰਾਜਾ ਆ, ਜਿਹੜਾ ਨਵਾਂ ਬਣਿਆ ਰਾਜਾ, ਇਹ ਬੋਲ ਪਿਆ। ਕਹਿੰਦਾ ਸੰਤ ਜੀ, ਜੇ ਤੁਹਾਡੀ ਆਗਿਆ ਹੋਵੇ ਮੈਂ ਇੱਕ ਬਚਨ ਕਰਾਂ। ਕਹਿੰਦਾ ਬੋਲ। ਕਹਿੰਦਾ ਪਰ ਤੈਨੂੰ ਆਖਿਆ ਸੀ ਨਹੀਂ ਬੋਲਣਾ, ਪਰ ਚੱਲ ਹੁਣ ਬੋਲ ਜੇ ਕਹਿਣ ਲੱਗਾ ਏ ਤਾਂ। ਕਹਿੰਦਾ ਮਾਫ ਕਰਨਾ, ਪਰ ਇਸ ਬਾਲਟੀ ਦਾ ਥੱਲਾ ਤੇ ਕੋਈ ਨਹੀਂ, ਤੇ ਪਾਣੀ ਕਿੱਦਾਂ ਭਰ ਰਹੇ ਹੋ ਤੁਸੀਂ? ਪਾਣੀ ਤੇ ਇਹਦੇ ਵਿੱਚ ਭਰਨਾ ਕੋਈ ਨਹੀਂ, ਜਲ ਤੇ ਇਹਦੇ ਵਿੱਚੋਂ ਆਉਣਾ ਨਹੀਂ, ਭਾਵੇਂ 100 ਗੇੜੇ ਹੋਰ ਲਗਾ ਲਓ ਬਾਲਟੀ ਦੇ ਖੂਹ ਦੇ ਅੰਦਰ, ਇਹਦੇ ਵਿੱਚ ਜਲ ਭਰ ਕੇ ਨਹੀਂ ਆਉਣਾ। ਕਹਿੰਦਾ ਕਾਰਨ ਕੀ? ਕਹਿੰਦਾ ਇਹਦਾ ਥੱਲਾ ਨਹੀਂ ਆ। ਫਕੀਰ ਨੇ ਕਿਹਾ ਇਹੋ ਤੇਰੀ ਗੱਲ ਦਾ, ਸਵਾਲ ਦਾ ਤੇਰੇ ਜਵਾਬ ਆ,
कि भाई जदों तक संतोख दा थल्ला नहीं ना लगा उदों तक जिन्ना मर्जी इस बाल्टी दे अंदर इस खूह दे अंदर भरी जा उदों तक इहदी संतुष्टि नहीं होनी, संतुष्टि नहीं आउणी, इहदी संतोख नहीं आउणा इहदे अंदर। जदों तक इहदे थल्ले संतोख दा थल्ला नहीं लगा उदों तक ये भरनी नहीं बाल्टी, जो मर्जी भरी जाए इहदे अंदर। ते बिल्कुल इसे प्रकार सारा राज भाग जिहड़ा इकट्ठा करी जा रहा काहदे वास्ते? अपनी मान प्रतिष्ठा अपनी हौमे नूं वधाउण वास्ते। हजूर कहंदे संतोख दा थल्ला लाइए सच नूं त्याग के फिर की कारज होवेगा जी? फिर मंदा पैर ना रखियो, फिर मंदे पैर नहीं, मंदी थां ते जिहड़ा ओह पैर नहीं रखिया जावेगा, मंदे कारज नहीं होणगे जीवन दे अंदर। हजूर कहंदे ओनी मंदा पैर ना रखियो कर सुकृत धर्म कमाया, ओनी दुनिया तोड़े बंधना अन्न पानी थोड़ा खाया। फिर हजूर दसदे आ कहंदे ओने दुनिया तोड़े बंधना, बंधन कादा? जिवें सानू सोने दा जाल पिया आ, सोने दा पिंजरा जिहदे विच असीं वसदे आ, सानू बड़े चंगे लगदे आ, अपने माल सबाब पुत्र धीआं बड़े ज्यादा चंगे लगदे आ, पर है कि एक ते ये विचारिया कि संसार दे। हजूर कहंदे खसम विसार किए रस भोग ता तन उठ खलोए रोग। तन दे विच इस प्रकार रोग उठ के खलो गए जदों खसम नूं विसार के रस भोग कीते आ जीवन दे अंदर। दूजे पासे पातशाह कहंदे नानक अवगुण जेतड़े तेते गली जंजीर, उन्नी मंदा पैर ना रखियो। जेड़े तां हो गए संतोखी ਉਹ ਮੰਦੇ ਕਾਰਜਾਂ ਦੇ ਵਿੱਚ ਪੈਰ ਨਹੀਂ ਰੱਖਦੇ, ਪਰ ਜਿਹੜੇ ਅਜੇ ਸੰਤੋਖੀ ਨਹੀਂ ਹਜ਼ੂਰ ਕਹਿੰਦੇ ਨਾਨਕ ਔਗਣ ਜੇਤੜੇ, ਜਿੰਨੇ ਔਗਣਿਆ ਤੇਤੇ ਗਲੀ ਜੰਜੀਰ, ਉਹਨੇ ਸਾਡੀ ਗਲ ਦੇ ਵਿੱਚ ਜੰਜੀਰ ਪਈ ਹੈ। ਹਜ਼ੂਰ ਕਹਿੰਦੇ ਆ ਔਗਣਾਂ ਦੀਆਂ ਜੰਜੀਰਾਂ ਤੋੜ ਕੇ ਉਹਨੇ ਗੁਣ ਧਾਰਨ ਕਰ ਲਏ ਆ। ਕਿਹੜੇ ਕਿਹੜੇ ਗੁਣ? ਸੱਚ ਨੂੰ ਧਿਆਇਆ, ਸੰਤੋਖ ਦੀ ਪ੍ਰਾਪਤੀ ਹੋ ਗਈ, ਅਕਾਲ ਪੁਰਖ ਦੀ ਸੇਵ ਭਾਵ ਸਿਮਰਨ ਦੇ ਵਿੱਚ ਲੱਗਾ ਆ, ਤੇ ਉਹਨੇ ਬੰਧਨਾਂ ਨੂੰ ਤੋੜ ਦਿੱਤਾ ਆ। ਅੰਨ ਪਾਣੀ ਥੋੜਾ ਖਾਇਆ। ਹੁਣ ਅੰਨ ਪਾਣੀ ਜਿਹੜਾ ਉਹ ਸਰੀਰ ਨੂੰ ਚਲਾਉਣ ਵਾਸਤੇ ਖਾਂਦਾ ਹੈ, ਸਵਾਦਾਂ ਦੇ ਵਾਸਤੇ ਰਸਾਂ ਦੇ ਵਾਸਤੇ ਨਹੀਂ ਖਾਂਦਾ। ਹਜ਼ੂਰ ਬਚਨ ਕਰਦੇ ਆ ਸ੍ਰੀ ਰਾਗ ਦੇ ਅੰਦਰ, ਕਹਿੰਦੇ ਰਸ ਘੋੜੇ ਰਸ ਸੋਇਨੇ ਸਾਖਤ, ਵਾਹਿਗੁਰੂ ਰਸ ਘੋੜੇ ਰਸ ਸੇਜਾਂ ਮੰਦਰ ਰਸ ਮਿੱਠਾ ਰਸ ਮਾਸ। ਕਹਿੰਦੇ ਰਸ ਆਏ ਘੋੜਿਆਂ ਤੇ ਚੜਨਾ, रस घोड़े रस सेजा मंदिर, सेजा ते सौना मंदिर दे विच रहना, सोना घर बंगला होवे साडा, ये रस आ केवल जीवन दे। रस मिठा रस मास। फिर हजूर कहंदे आ एते रस शरीर के कै घट नाम निवास। कहंदे जे इन्ने रसां दे विच पहलां ही शरीर जिहड़ा ग्रसिया पिया वा, शरीर दे विच थां ही नहीं अकाल पुरख दे नाम दा रस लैण दी, ते ਕਹਿ ਘਟ ਨਾਮ ਨਿਵਾਸ। ਹੁਣ ਕਿਹੜੇ ਹਿਰਦੇ ਦੇ ਅੰਦਰ ਅਕਾਲ ਪੁਰਖ ਦੇ ਨਾਮ ਦਾ, ਸੇਵ ਦਾ, ਸੰਤੋਖ ਦਾ ਉਹ ਰਸ ਜਿਹੜਾ ਅਸੀਂ ਰੱਖਾਂਗੇ। ਇਸ ਲਈ ਹਜ਼ੂਰ ਕਹਿੰਦੇ ਅੰਨ ਪਾਣੀ ਥੋੜਾ ਖਾਇਆ। ਉਹ ਰਸਾਂ ਦੇ ਵਾਸਤੇ ਅੰਨ ਪਾਣੀ ਨਹੀਂ ਛਕਦੇ, ਜਿਨ੍ਹਾਂ ਦੇ ਉੱਪਰ ਬਖਸ਼ਿਸ਼ ਹੋ ਗਈ, ਜਿਨ੍ਹਾਂ ਸ਼ਬਦ ਨੂੰ ਧਿਆ ਲਿਆ, ਜਿਨ੍ਹਾਂ ਸ਼ਬਦ ਨੂੰ ਕਮਾ ਲਿਆ ਜੀਵਨ ਦੇ ਅੰਦਰ। ਫਿਰ ਪਾਤਸ਼ਾਹ ਜੀ ਵਚਨ ਕਰਦੇ ਕਹਿੰਦੇ ਤੂੰ ਬਖਸ਼ੀਸੀ ਅਗਲਾ ਨਿਤ ਦੇਵੇ ਚੜੇ ਸਵਾਇਆ। ਕਹਿੰਦੇ ਤੂੰ ਜਿਹਦੇ ਤੇ ਬਖਸ਼ਿਸ਼ ਕਰ ਦੇਵੇਂ ਤੇ ਉਹ ਤੇਰੀ ਵਡਿਆਈ ਜਿਹੜੀ ਉਹ ਏਡੀ ਇੱਕ ਵੱਡੀ ਆ, ਤੇਰੀ ਬਖਸ਼ਿਸ਼ ਏਡੀ ਇੱਕ ਵੱਡੀ ਆ, ਨਿਤ ਦੇਵੇ ਚੜੇ ਸਵਾਇਆ। ਜਦੋਂ ਸੰਤੋਖ ਆ ਗਿਆ ਜੀਵਨ ਦੇ ਵਿੱਚ, ਕਦੇ ਵੇਖਿਓ ਜੀਵਨ ਦੇ ਵੱਲ ਆਪਣੇ, ਬਿਨਾਂ ਮੰਗਿਆ ਹੀ ਜੀਵਨ ਦੇ ਵਿੱਚ ਸਾਰਾ ਕੁਝ ਪ੍ਰਾਪਤ ਹੋਵੇਗਾ ਤੇ ਲੋੜ ਤੋਂ ਵੱਧ ਪ੍ਰਾਪਤ ਹੋਵੇਗਾ। ਗੱਲ ਕੀ ਪਿਆਰਿਓ, ਸਾਡਾ ਹੱਥ ਜੇ ਛੋਟਾ ਤੇ ਸਾਡੇ ਹੱਥ ਦੇ ਵਿੱਚ ਉਹ ਵਸਤ ਵੀ ਨਹੀਂ ਆ ਸਕਦੀ ਜਿਹੜੀ ਉਸ ਵੱਡੇ ਹੱਥ ਵਾਲੇ, ਕਿਉਂਕਿ ਜਿਹੜਾ ਆਪ ਵੱਡਾ ਆ ਉਹਦੇ ਹੱਥ ਵੀ ਵੱਡੇ ਨੇ, ਤੇ ਉਹ ਵੱਡੇ ਹੱਥ ਵਾਲੇ ਨੇ ਉਹ ਵੀ ਚੀਜ਼ਾਂ, ਉਹ ਵੀ ਵਸਤਾਂ ਸਾਡੇ ਵਾਸਤੇ ਸੋਚੀਆਂ ਨੇ ਜੀਵਨ ਦੇ ਅੰਦਰ, ਜਿਹੜੀਆਂ ਸਾਡੀ ਸਮਤ ਦੇ ਵਿੱਚ, ਸਾਡੀ ਸੋਚ ਦੇ ਵਿੱਚ ਵੀ ਨਹੀਂ ਆਈਆਂ। ਜਿਹਨੂੰ ਜੀਵਨ ਦੇ ਵਿੱਚ ਉਹ ਪ੍ਰਾਪਤੀਆਂ ਵੀ ਹੋਈਆਂ ਨਾ ਜਿਹੜੀਆਂ ਉਹਨੇ ਕਦੇ ਸੋਚੀਆਂ ਵੀ ਨਹੀਂ ਸੀ, ਉਹਦੇ ਮਨ ਦੇ ਵਿੱਚ ਇਹ ਪਿਆਰ ਵੱਜਦਾ ਵਾ ਕਿ ਤੂੰ ਬਖਸ਼ੀਸੀ ਅਗਲਾ ਨਿਤ ਦੇਵੇ ਚੜੇ ਸਵਾਇਆ। ਸਦਾ ਸਵਾਇਆ ਹੋ ਕੇ ਪ੍ਰਾਪਤੀ ਹੁੰਦੀ ਆ, ਸਾਡੀ ਸੋਚ ਦੇ ਨਾਲੋਂ ਵੱਧ। ਇਸ ਕਰਕੇ ਹਜ਼ੂਰ ਕਹਿੰਦੇ ਭਾਈ ਗੁਰੂ ਦੇ ਸ਼ਬਦ ਨੂੰ ਧਿਆਉਣ ਵਾਲੇ, ਗੁਰੂ ਦੇ ਸ਼ਬਦ ਦੀ ਕਮਾਈ ਕਰਨ ਵਾਲੇ, ਉਹ ਇੱਕੋ ਕਾਰਜ ਕਰਦੇ ਆ, ਵਡਿਆਈ ਵੱਡਾ ਪਾਇਆ। ਉਹ ਅਕਾਲ ਪੁਰਖ ਦੀ ਸਿਫਤ ਸਲਾਹ ਦੀ ਵਡਿਆਈ ਦੇ ਵਿੱਚ ਜੁੜ ਕੇ ਉਸ ਵੱਡੇ ਅਕਾਲ ਪੁਰਖ ਨੂੰ, ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ,
उस गुणी गहीरा उस वड्डे साहिब नूं प्राप्त कर लेंदे आ जीवन दे अंदर। ते उन्हां ने जीवन दे विच कारज की कीते, ये साडे सामने पातशाह जी ने इस पौड़ी दे अंदर जो विचार आपां सांझी कीती आ। सतगुरु जी ने जो समझाउण दा उद्यम उपराला साडे वास्ते कीता कि भाई गुरसिख जणो जीवन दे अंदर इस विचार नूं समझ के ते आप सब हਉਮੈ दे रोग तो बच के ते संतोखी जीवन बतीत करो। गुरमुख जेड़ा ਉਹ रसा कसां दे विच ना लगे संसार दे, क्योंकि रसा कसां दे विच लग्गिया ते फिर मनमुख बनिया जांदा वा। मनमुख ही हो सकदा ना जेड़ा अपने मन दे मगर लग के, क्योंकि हजूर ने इहो गल आपां आरंभता ते जेड़ी विचार आरंभ कीती पातशाह जी दी किरपा दे सदका कि हजूर ने गल कीती आ जीवन मुक्त दी। ते साहिबां ने सब तो वड्डी बख्शिश कीती। पातशाह जी कहंदे मन जीता जग जीत। मन नूं जिस दिन जित लिया कि मन दे विचों दी रसां कसां दी विचारां खत्म हो गईयां, मन दे विचों दी रसां दा प्रेम प्यार मोह खत्म हो गया, हुण रसां दी लोड़ नहीं, इच्छा नहीं किसी भी रस नूं भोगण दी, मन नूं जित लिया, उस दिन सारे संसार नूं जित लिया। नहीं ते रसां दे पिछे लग के असीं राजे तो भखारी भी हो सकदे हां। कुछ वस्तां ओह होणगीਆਂ ਜਿਹੜੀਆਂ ਸਾਡੇ पास नहीं होणगीਆਂ, ਭਖਾਰੀ बन के असीं मंगदे फिरदे हां, कादे वास्ते साडा रस पूरा हो जावे। साहिब जी ने बख्शिश की, बख्शी हुई समत के अनुसार आपां गुरु प्यारिओ 7वीं पौड़ी दी विचार दे तक पुजे हाँ। साहिब जी अगे भी किरपा करते रहन। गुरु के शब्द दे निरोल विचार गुरमत दे अनुसार आप सिर ते मिहर भरिया हाथ रख के करवा लैन। इतनियां क बेनतियां प्रवान करनियां प्यारिओ, भुलां ना चितारनियां। अनेक प्रकार दियां भुलां हो जांदियां ने। गुरु की संगत गुरु साहिब बख्शण दे समर्थ हन। गुरदेव जी अगाह तो समत बख्शण। आओ फतेह नाल सांझ पाइए, आखो वाहिगुरु जी का खालसा वाहिगुरु जी की फतेह।